ਮਿਹਰਬਾਨੀ। ਸੁਖਜੀਤ ਜੀ, ਬਲਵਿੰਦਰ ਗਰੇਵਾਲ ਜੀ ਦੇ ਦੋਸਤੋ, ਸੁਖਜੀਤ ਹੋਣਾ ਨੇ ਜਿਹੜੀ ਸਾਊ ਆਦਮੀ ਤੇ ਕਹਾਣੀ ਦੀ ਗੱਲ ਕੀਤੀ ਹੈ, ਮੇਰੇ ਇੱਕ ਗੱਲ ਯਾਦ ਆ ਗਈ, ਮੈਂ ਸ਼ੇਅਰ ਕਰਨਾ। ਕੁਲਵੰਤ ਸਿੰਘ ਵਿਰਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਸੀ। ਤਕਰੀਬਨ ਸਾਡਾ ਹਰ ਰੋਜ਼ ਦਾ ਬੈਠਣ ਉੱਠਣ ਹੁੰਦਾ ਸੀ। ਇੱਕ ਦਿਨ ਤੇ ਉਹਨਾਂ ਨੇ ਕਹਾਣੀ ਲਿਖਣੀ ਬੰਦ ਕਰ ਦਿੱਤੀ। ਬੜਾ ਲੰਮਾ ਸਮਾਂ ਉਹਨਾਂ ਨੇ ਕਹਾਣੀ ਨਹੀਂ ਲਿਖੀ। ਤੇ ਇੱਕ ਦਿਨ ਅਚਾਨਕ ਸ਼ਾਮ ਨੂੰ ਪਾਤਰ ਨੇ ਸਵਾਲ ਪੁੱਛ ਲਿਆ ਕਿ ਵਿਰਕ ਸਾਹਿਬ, ਤੁਸੀਂ ਕਿਉਂ ਨਹੀਂ ਲਿਖਦੇ? ਤੁਸੀਂ ਲਿਖਣਾ ਕਿਉਂ ਬੰਦ ਕਰ ਦਿੱਤਾ? ਉਹ ਕਹਿੰਦੇ ਵੀ ਮੈਨੂੰ ਹੁਣ ਕੋਈ ਚੀਜ਼ ਗੱਲ ਹੈਰਾਨ ਹੀ ਨਹੀਂ ਕਰਦੀ। ਕੋਈ ਜ਼ਿੰਦਗੀ 'ਚ ਐਸੀ ਘਟਨਾ ਹੀ ਨਹੀਂ ਵਾਪਰਦੀ ਜਿਹੜੀ ਘਟਨਾ ਮੈਨੂੰ ਕਹਾਣੀ ਲਿਖਣ ਲਈ ਮਜਬੂਰ ਕਰੇ। ਮੇਰੀ ਜ਼ਿੰਦਗੀ 'ਚ ਇਹੋ ਜਿਹਾ ਕੁਛ ਨਹੀਂ। ਸਾਰੀ ਜ਼ਿੰਦਗੀ ਇਕਸਾਰ ਹੋ ਗਈ, ਉਹਦੇ ਵਿੱਚ ਕੋਈ ਉਤਾਰ ਚੜਾਅ ਨਹੀਂ ਹੈਗੇ। ਚਲੋ ਇਹ ਗੱਲ ਆਈ ਗਈ ਹੋਗੀ। ਜਦੋਂ ਉਹ ਰਿਟਾਇਰ ਹੋਏ ਤੇ ਉਸ ਤੋਂ ਬਾਅਦ ਉਹਨਾਂ ਨੂੰ 5 ਸਾਲ ਦੀ ਐਕਸਟੈਂਸ਼ਨ ਮਿਲੀ। ਚੌਥੇ ਸਾਲ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਯੰਗ ਲੜਕੀ ਨਾਲ, ਟੀਚਰ ਦੇ ਨਾਲ ਮੁਹੱਬਤ ਹੋ ਗਈ। ਤੇ ਉਸ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ। ਉਹਨਾਂ ਦੀ ਵਾਈਫ ਨੇ ਕਈ ਇਸ਼ੂ ਖੜੇ ਕਰ ਦਿੱਤੇ, ਪਰਿਵਾਰ ਖੜੇ ਹੋ ਗਏ ਤੇ ਬਹੁਤ ਕ੍ਰਾਈਸਿਸ ਫੈਮਿਲੀ ਹੋ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ 2 ਕਿਤਾਬਾਂ ਲਿਖੀਆਂ। ਸੋ ਵਾਕਈ ਜਿਹੜੀ ਯੂਨੀਫਾਰਮਿਟੀ ਆ, ਇੱਕ ਸਾਰਤਾ ਜਿਹੜੀ ਲਾਈਫ ਦੀ, ਉਹ ਤੁਹਾਨੂੰ ਕਹਾਣੀ ਨਹੀਂ ਲਿਖਣ ਦੇ ਸਕਦੀ। ਜ਼ਿੰਦਗੀ 'ਚ ਕੁਛ ਨਾ ਕੁਛ ਵਾਪਰਦਾ ਰਹਿਣਾ ਚਾਹੀਦਾ, ਤਾਂ ਹੀ ਕਹਾਣੀ ਅੱਗੇ ਚੱਲਦੀ ਹੈ। ਮੇਰੀ ਬਦਕਿਸਮਤੀ ਆ ਕਿ ਮੈਂ ਪੁਸਤਕ ਨਹੀਂ ਪੜ੍ਹ ਸਕਿਆ, ਤੇ ਕਸੂਰ ਮੇਰਾ ਨਹੀਂ, ਬਲਵਿੰਦਰ ਉਹਨਾਂ ਦਾ ਵੀ ਹੈ, ਮੈਨੂੰ ਮਿਲੀ ਨਹੀਂ। ਤੇ ਪਰ ਇੱਕ ਗੱਲ ਜ਼ਰੂਰ ਆ ਕਿ ਮੇਰਾ ਪ੍ਰੀਜ਼ੈਂਟਰੀ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਆ। ਇਸ ਕਰਕੇ ਇਹ ਹੁਣ ਪੱਕੀ ਆ ਕਿ ਮੈਂ ਕਹਾਣੀ ਸਾਰੀ ਪੁਸਤਕ ਜਲਦੀ ਤੋਂ ਜਲਦੀ ਪੜ੍ਹਾਂਗਾ। ਜਿੰਨੀਆਂ ਜੋ ਗੱਲਾਂ ਮੈਨੂੰ ਸੁਣਨ ਨੂੰ ਮਿਲੀਆਂ, ਜਸਬੀਰ ਹੁਣਾਂ ਨੇ ਪੇਪਰ ਪ੍ਰੈਜ਼ੈਂਟ ਕੀਤਾ ਤੇ ਪਰਮਜੀਤ ਹੁਣਾਂ ਨੇ, ਤੇ ਸੁਖਜੀਤ ਹੁਣਾਂ ਨੇ ਵੀ ਉਹ ਗੱਲ ਕੀਤੀ ਉਸ ਕਹਾਣੀ ਦੀ ਕਿ ਤੀਜੇ ਪਹਿਰ ਦੀ ਜਿੱਥੇ ਮਤਲਬ, ਤੇ ਮੇਰੇ ਮਨ 'ਚ ਵੀ ਇਹ ਗੱਲ ਸੀ। ਔਰ ਇਹਨਾਂ ਨੇ, ਸੁਖਜੀਤ ਹੁਣਾਂ ਨੇ ਉਸ ਕਹਾਣੀ ਨੂੰ ਰਿਲੇਟ ਕੀਤਾ ਅੱਗੇ ਜਾ ਕੇ ਆਖਰੀ ਬਾਬੇ ਦੇ ਨਾਲ। ਇਹਦੇ ਵਿੱਚ ਮੈਂ ਉਸ ਨਾਵਲ ਦੇ ਪੇਪਰ ਵੀ ਪੜ੍ਹਿਆ, ਉਹਨੂੰ ਮੈਂ ਅੱਛੀ ਤਰ੍ਹਾਂ ਨਾਲ ਸਟੱਡੀ ਵੀ ਕੀਤਾ। ਤੇ ਇਹੋ ਸੀ ਕਿ ਉਹ ਜਿਹੜਾ ਪਹਿਰ, ਜਦੋਂ ਨਵੀਂ ਟੈਕਨੋਲੋਜੀ ਆਉਂਦੀ ਆ ਤਾਂ ਮਤਲਬ ਉਹਨਾਂ ਨੇ ਕਿਹਾ ਸੀ, ਪੰਡਿਤ ਉਹਨਾਂ ਨੇ, ਕਿ ਜਦੋਂ ਨਵੇਂ ਸੰਦ ਆਉਂਦੇ ਨੇ ਤੇ ਉਹ ਪੁਰਾਣੇ ਸੰਦਾਂ ਨੂੰ ਹੀ ਔਬਸੋਲਿਊਟ ਨਹੀਂ ਕਰਦੇ, ਉਹ ਪੁਰਾਣੀ ਸੋਚ ਨੂੰ ਵੀ ਔਬਸੋਲਿਊਟ ਕਰ ਦਿੰਦੇ ਨੇ, ਜਿਹਦੇ ਨਾਲ ਉਹ ਲੋਕ ਜਿਹੜੇ ਉਸ ਪੁਰਾਣੀ ਸੋਚ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਇਰਰੈਲੇਵੈਂਟ ਹੋ ਜਾਂਦੇ। ਇਹੀ ਉਸ ਨਾਵਲ ਦੇ ਵਿੱਚ ਮੇਨ ਥੀਮ ਹੈਗਾ। ਇਹ ਬੜਾ ਕੁਐਸਚਨ ਬਹੁਤ ਡੇਢਾ ਕਿ ਕਿਉਂ। ਇਹ ਕੁਐਸਚਨ ਮੈਂ ਸਮਝਦਾ ਕਿ ਤੁਸੀਂ ਕਦੋਂ ਲਿਖੀ ਹੈ ਕਹਾਣੀ? 77 ਦੇ ਵਿੱਚ ਲਿਖੀ ਆ। ਉਦੋਂ ਮੈਂ ਸਮਝਦਾ ਕਿ 77 ਦੇ ਵਿੱਚ ਇਹ ਕ੍ਰਾਈਸਿਸ ਇੰਨਾ ਡੀਪ ਨਹੀਂ ਸੀ ਜਿੰਨਾ ਕਿ ਹੁਣ ਡੀਪ ਆ। ਮੇਰੇ 2 ਦੋਤੇ ਨੇ, ਤੇ ਇੱਕ ਹੈ ਹਾਲੇ 5-6 ਸਾਲ ਦਾ ਤੇ ਦੂਸਰਾ ਹੈ 12 ਸਾਲ ਦਾ। ਮੈਂ ਇੱਕ ਦਿਨ ਦੇਖ ਰਿਹਾ ਸੀ ਕਿ ਦੋਨਾਂ ਦੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ।
ਤੇ ਜਦੋਂ ਮੈਂ ਉਹਨਾਂ ਦੇ ਦੇਖਿਆ, ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਅੱਗੇ ਜਨਰੇਸ਼ਨ ਦੇ ਵਿੱਚ ਫਰਕ ਆਉਂਦਾ ਸੀ, ਗ੍ਰੈਂਡਫਾਦਰ ਤੇ ਪੋਤੇ ਦੇ ਵਿੱਚ ਫਰਕ ਹੁੰਦਾ ਸੀ, ਉਹ ਫਰਕ ਹੁਣ ਇਹ ਦੋ ਬੱਚਿਆਂ ਦੇ ਵਿਚਾਲੇ ਆ, ਸ਼ਾਇਦ ਉਸ ਤੋਂ ਵੀ ਵੱਧ। ਇਹਨੂੰ ਅਸੀਂ ਕਹਿੰਦੇ ਆ ਕਿ ਜਿਹੜੀ 12 ਸਾਲ ਦਾ ਬੱਚਾ ਉਹ ਫਾਲ ਕਰਦਾ ਜਨਰੇਸ਼ਨ Z ਦੇ ਵਿੱਚ, ਤੇਰਾ ਜਿਹੜਾ ਹੈਗਾ ਇਹ 5 ਸਾਲ ਦਾ ਬੱਚਾ ਇਹ ਕਰਦਾ, ਇਹਨੂੰ ਅਸੀਂ ਕਹਿੰਦੇ ਆ ਜਨਰੇਸ਼ਨ ਅਲਫਾ। ਔਰ ਦੋਨਾਂ ਦੇ ਵਿੱਚ ਇੰਨਾ ਜ਼ਿਆਦਾ ਡਿਫਰੈਂਸ ਆ ਕਿ ਔਰ ਜਿਉਂ-ਜਿਉਂ ਉਹਨਾਂ ਨੇ ਗਰੋ ਕਰਨਾ, ਔਰ ਉਹ ਨਵਾਂ ਬੱਚਾ ਕਿਹੜੀਆਂ ਟੈਕਨੋਲੋਜੀਜ਼ ਦੇ ਨਾਲ ਜੁੜਿਆ ਹੋਇਆ। ਇਸੇ ਤਰ੍ਹਾਂ ਜਿਹੜੀ 1970 ਦੇ ਵਿੱਚ ਕਹਾਣੀ ਲਿਖੀ ਗਈ ਸੀ, ਉਸ ਵੇਲੇ ਇਹ ਜਿਹੜਾ ਡਿਫਰੈਂਸ ਸੀ ਬਹੁਤ ਦੇਰ ਬਾਅਦ ਆਉਂਦਾ ਸੀ, ਪਰ ਹੁਣ ਕੰਟੀਨਿਊਸਲੀ ਆ ਰਿਹਾ। ਕਹਿਣ ਤੋਂ ਮਤਲਬ ਕਿ ਜਿਹੜੀ ਇਸ਼ੂ ਨੂੰ ਇਹਨਾਂ ਨੇ ਫੜਿਆ, ਅਗਰ ਅਸੀਂ ਉਸ ਇਸ਼ੂ ਨੂੰ ਸੀਰੀਅਸਲੀ ਕੰਟੈਂਪਲੇਟ ਨਾ ਕੀਤਾ ਤਾਂ ਸਾਡੇ ਲਈ ਬਹੁਤ ਜ਼ਿਆਦਾ ਮੁਸੀਬਤਾਂ, ਬਹੁਤ ਸਾਰਾ ਕੁਝ ਸਾਨੂੰ ਝੱਲਣਾ ਪੈ ਸਕਦਾ। ਸੋ ਇਹ ਕਹਾਣੀ ਸਿਰਫ ਇਹ ਨਹੀਂ ਹੁੰਦੀ ਕਿ ਤੁਸੀਂ ਪੜ੍ਹ ਲਈ ਤੇ ਇੰਜੋਏ ਕਰ ਲਿਆ। ਇਸ ਕਰਕੇ ਮੈਂ ਜਦੋਂ ਕਹਾਣੀ ਨੂੰ ਸੋਚਦਾ ਤਾਂ ਮੈਂ ਇਹਨੂੰ ਇੱਕ ਨਕਸ਼ੇ ਦੀ ਤਰ੍ਹਾਂ ਸੋਚਦਾ। ਜਦੋਂ ਆਪਾਂ ਨਕਸ਼ਾ ਸ਼ਬਦ ਯੂਜ਼ ਕਰਦੇ ਹਾਂ ਜਾਂ ਮੈਪ ਸ਼ਬਦ ਯੂਜ਼ ਕਰਦੇ ਹਾਂ ਤਾਂ ਸਾਡੇ ਸਾਹਮਣੇ ਦੋ ਗੱਲਾਂ ਹੁੰਦੀਆਂ। ਨੰਬਰ 1, ਕਿਸੇ ਸ਼ਹਿਰ ਦਾ ਨਕਸ਼ਾ, ਕਿਸੇ ਪਿੰਡ ਦਾ ਨਕਸ਼ਾ, ਉਹ ਹੁੰਦਾ ਕਿ ਜੋ ਹੈ ਉਹਦੀ ਰਿਪਰੈਜ਼ੈਂਟੇਸ਼ਨ ਆ। ਦੂਸਰਾ ਨਕਸ਼ਾ, ਜਦੋਂ ਅਸੀਂ ਕੋਈ ਬਿਲਡਿੰਗ ਬਣਾਉਣੀ ਆ ਜਾਂ ਕੋਈ ਨਵੇਂ ਸ਼ਹਿਰ ਦੀ ਕਲਪਨਾ ਕਰਨੀ ਆ ਤਾਂ ਉਹਨੂੰ ਵੀ ਅਸੀਂ ਨਕਸ਼ਾ ਹੀ ਕਹਿੰਦੇ ਹਾਂ, ਜਿਹੜੇ ਆਰਕੀਟੈਕਚਰ ਤਿਆਰ ਕਰਦੇ। ਗੱਲ ਕੀ ਆ ਕਿ ਕਹਾਣੀ ਸਿਰਫ ਉਹ ਨਕਸ਼ਾ ਨਹੀਂ ਹੈ ਜਿਹੜਾ ਨਕਸ਼ਾ ਪੁਰਾਣੀਆਂ ਜੋ ਚੀਜ਼ਾਂ ਐਗਜ਼ਿਸਟ ਕਰਦੀਆਂ ਸੀ ਉਹਨਾਂ ਨੂੰ ਪੋਰਟਰੇ ਕਰੇ, ਉਸ ਲਾਈਫ ਨੂੰ ਪੋਰਟਰੇ ਕਰੇ। ਨਕਸ਼ਾ ਉਹ ਆ ਜਿਹੜਾ ਭਵਿੱਖ ਨੂੰ ਵੀ ਕੰਸਟਰਕਟ ਕਰੇ। ਸੋ ਮਤਲਬ ਕਹਾਣੀ ਦੇ ਵਿੱਚ ਇਹ ਦੋਨੋਂ ਗੱਲਾਂ ਕਿਸ ਢੰਗ ਨਾਲ ਮੇਲ ਖਾਂਦੀਆਂ ਨੇ, ਆਉਂਦੀਆਂ ਨੇ, ਇੱਥੋਂ ਕਹਾਣੀ ਨੇ ਜਨਮ ਲੈਣਾ। ਕਹਾਣੀ ਉਹ ਨਹੀਂ ਹੈ ਜੋ ਸੀ, ਜੋ ਦੇਖਿਆ, ਜੋ ਐਕਸਪੀਰੀਅੰਸ ਕੀਤਾ, ਉਹਨੂੰ ਪੋਰਟਰੇ ਕਰ ਦਿੱਤਾ। ਇਹ ਵੀ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਤੇ ਨਾ ਹੀ ਇਕੱਲੀ ਉਹ ਆ ਕਿ ਤੁਸੀਂ ਆਪਣਾ ਡ੍ਰੀਮ ਆ ਜਿਹੜਾ ਉਹਨੂੰ ਉੱਥੇ ਕਾਗਜ਼ਾਂ ਦੇ ਉੱਤੇ ਉਤਾਰ ਦਿੱਤਾ। ਕਹਾਣੀ ਉਹ ਆ ਜਿੱਥੋਂ ਤੁਹਾਡਾ ਸਾਰਾ ਜਿਹੜਾ ਐਕਸਪੀਰੀਅੰਸ ਆ ਉਹ ਭਵਿੱਖ ਦੀ ਕੰਸਟਰਕਸ਼ਨ ਦੇ ਰੂਪ ਵਿੱਚ ਅਵੇਲੇਬਲ ਹੋਵੇ ਲੋਕਾਂ ਨੂੰ। ਸੋ ਕਹਾਣੀ ਦੀ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਜਦੋਂ ਅਸੀਂ ਉਹਨੂੰ ਅੱਜ ਇੰਨੀ ਤੇਜ਼ੀ ਦੇ ਨਾਲ ਜਿਹੜਾ ਚੇਂਜ ਹੋ ਰਿਹਾ ਯੁੱਗ ਆ ਉਹਦੇ ਵਿੱਚ ਰੱਖ ਕੇ ਦੇਖਦੇ ਹਾਂ। ਇਸੇ ਕਰਕੇ ਹੁਣ ਜਦੋਂ ਐਜੂਕੇਸ਼ਨ ਨੂੰ ਵੀ ਅਸੀਂ ਦੇਖਦੇ ਹਾਂ, ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਚੈਲੰਜ ਉਹ ਇਹ ਆ ਕਿ ਜਿਹੜੀ ਟੈਕਨੋਲੋਜੀ ਅਸੀਂ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਾਲਜ ਸਟੂਡੈਂਟਸ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ 4-5 ਸਾਲ ਬਾਅਦ ਹੀ ਬਦਲ ਜਾਂਦੀ ਹੈ। ਮੈਂ ਕਿਸੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਸੀ, ਮੈਂ ਕਿਸੇ ਨੂੰ ਕਿਹਾ ਕਿ ਤੁਸੀਂ ਮਤਲਬ ਇਹਦੀ ਜਿਹੜੀ ਪ੍ਰੋਗਰਾਮਿੰਗ ਆ ਉਹ ਪਾਈਥਨ ਦੇ ਵਿੱਚ ਕਰਨੀ ਹੈ। ਅੱਛਾ, ਹੁਣ ਉਹ ਜਦੋਂ ਮੈਂ ਇਹ ਗੱਲ ਕਹੀ ਕਿ ਪਾਈਥਨ ਦੇ ਵਿੱਚ ਕਰਨੀ ਆ, ਜਦੋਂ ਪਾਈਥਨ ਦੇ ਪ੍ਰੋਗਰਾਮਿੰਗ ਦੇ ਬੰਦੇ ਲੱਭਣੇ ਸ਼ੁਰੂ ਕੀਤੇ, ਉਹ ਲੱਭਦੇ ਉਹ ਪਾਈਥਨ ਦੀ ਉਹ ਵਰਜ਼ਨ ਹੀ ਆਬਸੋਲਿਊਟ ਹੋ ਗਈ। ਸੋ ਮਤਲਬ ਹੁਣ ਜਦੋਂ ਇਹ ਗੱਲ ਨੂੰ ਆਪਾਂ ਟੀਚਰ ਵੱਲ ਦੇਖਦੇ ਹਾਂ, ਜਦੋਂ ਇੱਕ ਟੀਚਰ ਜਿਹੜਾ ਪਾਈਥਨ ਦੀ ਵਰਜ਼ਨ ਸਪੋਜ਼ 3.1 ਪੜ੍ਹਾ ਰਿਹਾ, ਜਦੋਂ ਉਹ ਆਪ ਪੜ੍ਹਿਆ ਸੀ ਉਦੋਂ ਉਹ ਪਾਈਥਨ ਹੀ ਐਗਜ਼ਿਸਟ ਨਹੀਂ ਸੀ ਕਰਦੀ। ਤੇ ਕੀ ਉਹ ਟੀਚਰ ਕੰਟੀਨਿਊਸਲੀ ਰੈਗੂਲਰਲੀ ਜੋ ਕੁਝ ਦੁਨੀਆ ਤੇ ਕਿਤੇ ਵੀ ਹੋ ਰਿਹਾ ਉਹਦੇ ਨਾਲ ਜੁੜਿਆ ਰਹਿ ਸਕਦਾ? ਇੰਨੀ ਚੇਂਜ, ਇੰਨੀ ਤੇਜ਼ੀ ਦੇ ਨਾਲ ਉਹ ਤਬਦੀਲ ਹੋ ਸਕਦਾ, ਸਾਰਾ ਕੁਝ ਲਰਨ ਕਰ ਸਕਦਾ? ਤਾਂ ਇਹ ਟੀਚਰ ਦੇ ਸਾਹਮਣੇ ਬੜੀ ਵੱਡੀ ਚੁਣੌਤੀ ਹੈ। ਦੂਸਰੀ, ਉਹਨੂੰ ਇਹ ਲੱਗਦਾ ਕਿ ਮੇਰੀ ਕਲਾਸ ਦੇ ਵਿੱਚ 60 ਬੱਚੇ ਬੈਠੇ ਨੇ, ਕਿ ਮੈਂ 60 ਬੱਚਿਆਂ ਦੀ ਜਿਹੜੀ ਲਰਨਿੰਗ ਕਪੈਸਿਟੀ ਆ, ਲਰਨਿੰਗ ਪੇਸ ਆ ਜਾਂ ਲਰਨਿੰਗ ਬਿਹੇਵੀਅਰ ਆ, ਉਹ ਇੱਕੋ ਜਿਹਾ ਤਾਂ ਹੈ ਨਹੀਂ, ਵੱਖੋ ਵੱਖਰਾ। ਕੀ ਮੈਂ ਹਰ ਬੱਚੇ ਨੂੰ ਉਹਦੇ ਅਕੋਰਡਿੰਗਲੀ ਕੰਟੈਂਟ ਡਿਲੀਵਰ ਕਰ ਸਕਦਾ? ਪਹਿਲੀ ਗੱਲ ਤਾਂ ਇਹ ਵੈਸੇ ਹੀ ਪੋਸੀਬਲ ਨਹੀਂ। ਦੂਸਰੀ ਗੱਲ ਆ ਕਿ ਮੈਂ ਇੰਨੇ ਬੱਚਿਆਂ ਨੂੰ
ਡੀਪ ਸਾਈਕੋਲੋਜੀ, ਉਹਨਾਂ ਦੇ ਬਿਹੇਵੀਅਰ ਪੈਟਰਨ ਨੂੰ ਉਹ ਸਾਰੇ ਕਸਟਮਰ ਨੂੰ ਵੀ ਅੰਡਰਸਟੈਂਡ ਨਹੀਂ ਕਰ ਸਕਦਾ। ਇਹਦਾ ਮਤਲਬ ਜਿਹੜਾ ਆਈਡੀਅਲ ਟੀਚਰ ਆ, ਇਹੋ ਜਿਹਾ ਟੀਚਰ ਹੋਣਾ ਚਾਹੀਦਾ, ਉਹ ਤਾਂ ਇੱਕ ਆਈਡੀਅਲ ਦੀ ਸਿਚੁਏਸ਼ਨ ਆ ਜਿਹੜੀ ਅਸੀਂ ਸੋਚ ਤਾਂ ਸਕਦੇ ਹਾਂ ਕਿ ਯੂਟੋਪੀਅਨ ਟੀਚਰ ਬਾਰੇ ਸੋਚ ਤਾਂ ਸਕਦੇ ਹਾਂ, ਪਰ ਸਾਨੂੰ ਅਵੇਲੇਬਲ ਨਹੀਂ ਹੁੰਦਾ। ਹੁਣ ਟੈਕਨੋਲੋਜੀ ਨੇ ਸਾਰਾ ਕੁਝ ਅਵੇਲੇਬਲ ਕਰ ਦਿੱਤਾ ਕਿ ਤੁਸੀਂ ਪਰਸਨਲਾਈਜ਼ਡ ਐਜੂਕੇਸ਼ਨ ਜੋ ਕੁਝ ਦੁਨੀਆ 'ਚ ਹੁਣ ਤੱਕ ਹੋ ਚੁੱਕਿਆ, ਕੱਲ੍ਹ ਸ਼ਾਮ ਤੱਕ ਜੋ ਹੋਇਆ ਅੱਜ ਮੈਂ ਉਹਨੂੰ ਪੜ੍ਹਾ ਸਕਦਾ ਪਰਸਨਲਾਈਜ਼ਡ ਫਾਰਮ ਦੇ ਵਿੱਚ। ਇਹ ਟੈਕਨੋਲੋਜੀ ਨੇ ਪੋਸੀਬਲ ਕਰਤਾ। ਪਰ ਟੈਕਨੋਲੋਜੀ ਆਪਣੇ ਆਪ ਤਾਂ ਕੁਝ ਨਹੀਂ ਕਰੇਗੀ, ਉਹਨੂੰ ਬੰਦਿਆਂ ਦੇ ਰਾਹੀਂ ਹੀ ਸਾਰਾ ਕੁਝ ਕਰਨਾ ਪਏਗਾ। ਸੋ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਟੀਚਰ ਜਿਹੜਾ ਹੈ, ਉਸ ਤੋਂ ਵੱਡੀ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਹੈਗੀ ਰਾਈਟਰ ਦੀ, ਲਿਟਰੇਚਰ ਦੇ ਨਾਲ ਜੁੜੇ ਹੋਏ ਲੇਖਕ ਦੀ। ਉਹਨੂੰ ਇਹ ਸਾਰੀਆਂ ਚੀਜ਼ਾਂ ਨੂੰ ਉਹਨੇ ਕਿਵੇਂ ਗ੍ਰੈਸਪ ਕਰਨਾ। ਜੇ ਅਸੀਂ ਇਹ ਗੱਲ ਕਹੀ ਕਿ ਟੂਲਸ ਤਾਂ ਬਦਲ ਗਏ ਕਿਸਾਨੀ ਦੇ, ਪਰ ਜਿਹੜਾ ਪੁਰਾਣੀ ਸੋਚ ਸੀ ਕਿਸਾਨੀ ਨਾਲ ਜੁੜੀ ਹੋਈ ਉਹ ਨਹੀਂ ਬਦਲੀ। ਇਹ ਸਾਰੀ ਦੀ ਸਾਰੀ ਗੱਲ ਸਾਹਿਤਕਾਰ ਦੇ ਵੀ ਲਾਗੂ ਹੁੰਦੀ ਹੈ ਕਿ ਸਾਹਿਤਕਾਰ ਲਈ ਇਹ ਨਹੀਂ ਹੈ ਕਿ ਉੱਥੇ ਹੀ ਬੈਠਾ ਰਹੇ,